ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਹੋ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਮੂਲਕ ਸਵਾਸ ਅਤੇ ਕਰਮਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ ਜੀ। ਪਾਵਨ ਅੰਕ 50 ਦੇ ਉੱਤੋਂ 91 ਨੰਬਰ ਸ਼ਬਦ ਦੀ ਆਰੰਭਤਾ ਹੈ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਥੇ ਹੁਣ ਦੁਨਿਆਵੀ ਪਦਾਰਥਾਂ ਦੀ ਗੱਲ ਕਰਦੇ ਨੇ ਕਿ ਜਿਹੜੇ ਬਾਹਰੋਂ ਤੇ ਲੱਗਦੇ ਨੇ ਕਿ ਨਾਲ ਨਿਭਣ ਵਾਲੇ ਨੇ, ਪਰ ਉਹਨਾਂ ਦਾ ਸਵਾਦ ਹੈ ਜਿਹੜਾ ਮੁੱਖ ਤੋਂ ਵੇਖਣ ਨੂੰ ਤਾਂ ਲੱਗਦੇ ਨੇ ਕਿ ਉਹ ਬੜੇ ਸਵਾਦ ਨੇ, ਪਰ ਜਦੋਂ ਉਹਨਾਂ ਦਾ ਅਸਰ ਹੁੰਦਾ ਹੈ ਉਹ ਬੜਾ ਬੁਰਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਮਿੱਠਾ ਕਰਕੇ ਖਾਇਆ ਕਿ ਜੀਵ ਦੁਨੀਆ ਦੇ ਪਦਾਰਥਾਂ ਨੂੰ ਫਿਰ ਸਵਾਦ ਮਿੱਠਾ ਤੋਂ ਭਾਵ ਸਵਾਦ ਕਿ ਬੜੇ ਸਵਾਦਲੇ ਜਾਣ ਕੇ ਖਾਂਦਾ ਹੈ ਕਿ ਬੜੇ ਸਵਾਦਲੇ ਪਦਾਰਥ ਹੈ, ਪਰ ਪਾਤਸ਼ਾਹ ਜੀ ਆਖਣ ਲੱਗੇ ਕੌੜਾ ਉਪਜਿਆ ਸਾਧ। ਪਰ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਸਵਾਦ ਹੈ ਅੰਤ ਦੇ ਵਿੱਚ ਇਹਨਾਂ ਭੋਗਾਂ ਦਾ ਸਵਾਦ ਅੰਤ ਵਿੱਚ ਕੌੜਾ ਤੇ ਦੁਖਦਾਈ ਸਾਬਤ ਹੁੰਦਾ ਹੈ ਤੇ ਵਿਕਾਰ ਰੋਗ ਇਹਦੇ ਤੋਂ ਪੈਦਾ ਹੁੰਦੇ ਨੇ। ਕੋਈ ਵੀ ਕੰਮ ਹੈ, ਕੋਈ ਵੀ ਕਾਰਜ ਹੈ, ਜੇਕਰ ਉਹ ਗੁਰੂ ਦੀ ਰਜ਼ਾ ਮਾਲਕ ਦੇ ਹੁਕਮ ਤੋਂ ਬਾਹਰ ਹੈ ਤੇ ਉਹ ਖਾਣ ਦੇ ਨਾਲ ਜਾਂ ਉਹ ਕਰਮ ਕਰਨ ਦੇ ਨਾਲ ਹੈ ਜਿਹੜਾ ਉਹ ਸਹਿਜੇ ਹੈ ਕਿ ਜੀਵਨ ਦੇ ਵਿੱਚ ਦੁੱਖ ਪ੍ਰਾਪਤ ਹੋਏਗਾ, ਅੱਜ ਨਹੀਂ ਤੇ ਕੱਲ। ਜਿਵੇਂ ਸਤਿਗੁਰੂ ਜੀ ਆਖਦੇ ਨੇ ਜੈਸਾ ਬੀਜੈ ਕਿ ਜਿਹੋ ਜਿਹਾ ਬੀਜਦਾ ਉਹੋ ਜਿਹਾ ਖਾਣਾ। ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਜਿਵੇਂ ਹੁਣ ਆਮ ਹੀ ਸ਼ੂਗਰ ਵਾਲੇ ਮਰੀਜ਼ ਹੁੰਦੇ ਨੇ, ਉਹ ਹੁਣ ਮਿੱਠੇ ਤੋਂ ਪਰਹੇਜ਼ ਕਰਦੇ ਆ ਕਿ ਜੇ ਫਿਰ ਵੀ ਉਹ ਆਖੇ ਕਿ ਨਹੀਂ ਮੈਂ ਸਵਾਦ ਮੈਨੂੰ ਮਿੱਠਾ ਸਵਾਦ ਹੀ ਬੜਾ ਲੱਗਦਾ ਮੈਂ ਖਾ ਲਵਾਂ, ਫਿਰ ਸਹਿਜੇ ਹੈ ਕਿ ਉਹਦਾ ਹੀ ਫਿਰ ਸ਼ੂਗਰ ਜ਼ਿਆਦਾ ਵਧੇਗੀ। ਇਸੇ ਤਰ੍ਹਾਂ ਇਹ ਮਾਇਆ ਵੀ ਇਸੇ ਤਰ੍ਹਾਂ ਹੈ। ਜਦੋਂ ਗੁਰੂ ਦੇ ਹੁਕਮ ਤੋਂ ਬਾਹਰ ਹੋ ਕਰਕੇ ਅਸੀਂ ਕੋਈ ਵੀ ਕਰਮ ਕਰਦੇ ਹਾਂ, ਇੱਥੇ ਇਕੱਲੇ ਖਾਣ ਦੀ ਗੱਲ ਨਹੀਂ ਹੈ, ਕਰਮ ਕਰਨ ਦੀ ਗੱਲ ਹੈ ਕਿ ਮਿੱਠੇ ਲੱਗਦੇ ਜਿਹੜੇ ਚੰਗੇ ਲੱਗਦੇ ਸਾਨੂੰ, ਸਾਡੇ ਮਨ ਕਰਕੇ ਚੰਗੇ ਲੱਗਦੇ ਆ, ਪਰ ਗੁਰੂ ਨਹੀਂ ਕਹਿੰਦਾ ਉਹ ਕੰਮ ਕਰਨ ਵਾਸਤੇ। ਗੁਰੂ ਤੇ ਇਹ ਆਖਦਾ ਹੈ ਕਿ ਜੋ ਉਸ ਮਾਲਕ ਦੀ ਰਜ਼ਾ ਉਸ ਤਰੀਕੇ ਦੇ ਨਾਲ ਕਰ, ਤੇਰੀ ਕਿਰਤ ਕੀਤੀ ਸਫਲੀ ਹੈ। ਪਰ ਜੇ ਤੂੰ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਤੇ ਫਿਰ ਉਹਦਾ ਅਸਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੁਰਾ ਹੀ ਹੋਵੇਗਾ, ਕੌੜਾ ਹੋਵੇਗਾ। ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਬਾਦ ਤੋਂ ਭਾਵ ਝਗੜਾ, ਸੁਰਿਦ ਤੋਂ ਭਾਵ ਮਿੱਤਰ। ਪਾਤਸ਼ਾਹ ਜੀ ਆਖਣ ਲੱਗੇ ਮਨੁੱਖ ਫਿਰ ਜਗਤ ਦੇ ਵਿੱਚ ਭਰਾ ਭਾਈ, ਮੀਤ ਮਿੱਤਰ, ਸੁਰਿਦ ਤੋਂ ਭਾਵ ਦੋਸਤ ਆਦਿਕ ਉਹਨਾਂ ਨੂੰ ਬਣਾਉਂਦਾ ਹੈ ਕਿ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਭਾਈ ਵੀ ਹਨ, ਪਰਿਵਾਰ ਵੀ ਹੈ, ਹੋਰ ਵੀ ਦੋਸਤ ਮਿੱਤਰ ਆਦਿਕ ਹਨ ਜਿਹੜੇ ਉਹ ਬਣਦੇ ਨੇ। ਪਾਤਸ਼ਾਹ ਜੀ ਆਖਣਗੇ ਪਰ ਇਹ ਜਿਹੜੇ ਮਾਇਆ ਦਾ ਝਗੜਾ ਫਿਰ ਖੜਾ ਕਰੀ ਰੱਖਦਾ ਹੈ
ਕਹਿਣ ਤੋਂ ਭਾਵ ਹੈ ਉਹਨਾਂ ਵਸਤੂਆਂ ਦੇ ਨਾਲ ਇਹ ਪ੍ਰੇਮ ਪਾਉਂਦਾ ਹੈ ਜਿਹੜੀਆਂ ਇਹਨੂੰ ਗੁਰੂ ਦੇ ਹੁਕਮ ਤੋਂ ਅਤੇ ਮਾਲਕ ਦੀ ਰਜ਼ਾ ਤੋਂ ਦੂਰ ਲੈ ਕੇ ਜਾਂਦੀਆਂ ਨੇ, ਕਿ ਹਮੇਸ਼ਾ ਉਹਨਾਂ ਦੇ ਨਾਲ ਹੀ ਜੁੜਿਆ ਰਹਿੰਦਾ। ਕਿ ਉਦਾਹਰਣ ਵੇਖੋ ਕਿ ਕੋਈ ਮਾੜਾ ਕੰਮ ਵੀ ਕਰਨਾ ਹੋਵੇ ਨਾ, ਤੇ ਜੇ ਕੋਈ ਮਿੱਤਰ ਆਖਦੇ ਕਿ ਨਹੀਂ ਆਪਾਂ ਕਰਨਾ ਜ਼ਰੂਰੀ ਹੈ, ਤੇ ਫਿਰ ਅਗਰ ਕਿ ਹਾਂ ਵੀ ਯਾਰ ਦੋਸਤ ਨੇ ਕਿਹਾ, ਮਿੱਤਰ ਨੇ ਆਖਿਆ, ਜਾਂ ਆਮ ਅਸੀਂ ਬੀਬੀਆਂ ਦੀ ਗੱਲ ਕਰ ਲਈ ਕਿ ਹੁਣ ਮੇਰੀ ਸਹੇਲੀ ਹੈ, ਮੈਨੂੰ ਤਾਂ ਹੁਣ ਉਹਦੇ ਪਿੱਛੇ ਜਾਣਾ ਹੀ ਪੈਣਾ। ਕਹਿਣ ਤੋਂ ਭਾਵ ਹੈ ਕਿ ਅਸੀਂ ਜਿਸ ਨਾਲ ਲਗਾਵ ਰੱਖਦੇ ਹਾਂ, ਕਿ ਫਿਰ ਉਹ ਕਈ ਵਾਰੀ ਸਾਨੂੰ ਆਪਣੀ ਯਾਰੀ ਦੋਸਤੀ ਦਾ ਜਾਂ ਮੋਹ ਦਾ ਲਗਾਵ ਦਾ ਜਿਹੜਾ ਹੈ ਗੱਲ ਕਰਕੇ ਕਿ ਨਹੀਂ ਆਪਾਂ ਕੰਮ ਕਰਨਾ ਹੀ ਕਰਨਾ, ਫਿਰ ਅਸੀਂ ਨਾ ਚਾਹੁੰਦੇ ਵੀ ਹੋਏ ਕਈ ਵਾਰੀ ਆਖਦੇ ਕਿ ਨਹੀਂ ਫਿਰ ਸਾਡੀ ਯਾਰੀ ਟੁੱਟ ਜਾਣੀ ਜਾਂ ਇੱਦਾਂ, ਜਾਂ ਸਾਡਾ ਅਸੀਂ ਦੂਰ ਹੋ ਜਾਵਾਂਗੇ। ਕਹਿਣ ਤੋਂ ਭਾਵ ਹੈ ਕਈ ਵਾਰੀ ਫਿਰ ਮਨੁੱਖ ਇਹੋ ਜਿਹੇ ਮਾਇਆ ਦੇ ਝਗੜੇ, ਭਾਵ ਇਹੋ ਜਿਹੇ ਕਰਮ ਕਰਦਾ ਹੈ ਜਿਹੜੇ ਹਮੇਸ਼ਾ ਹੀ ਮਾਇਆ ਦੇ ਝਗੜੇ ਜਿਹੜੇ ਖੜੇ ਕਰੀ ਰੱਖਦੇ ਹਨ। ਜਾਂਦੇ ਬਿਲਮ ਨਾ ਹੋਵਈ ਵਿਨ ਨਾਮੈ ਬਿਸਮਾਦ, ਬਿਸਮਾਦ ਤੋਂ ਭਾਵ ਅਚਰਜ ਕੌਤਕ। ਬੜਾ ਬਿਸਮਾਦ ਜਿਹਨੂੰ ਆਖੀ ਬਹੁਤ ਬਿਸਮਾਦ ਹੈ, ਬੜਾ ਹੀ ਅਚਰਜ ਹੈ। ਪਾਤਸ਼ਾਹ ਜੀ ਆਖਣ ਲੱਗੇ ਪਰ ਅਚਰਜ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਵੀ ਚੀਜ਼ ਨੂੰ ਨਾਸ ਹੁੰਦਿਆਂ ਜਿਹੜਾ ਹੈ ਉਹ ਚਿਰ ਨਹੀਂ ਲੱਗਦਾ, ਕਿ ਉਹਦੇ ਨਾਮ ਤੋਂ ਬਿਨਾਂ ਹੈ ਸਭ ਸੰਸਾਰ ਜਿਹੜਾ ਉਹ ਨਾਸ਼ਵੰਤੀ ਹੈ। ਕਿ ਚਿਰ ਕਿਵੇਂ ਲੱਗੇਗਾ, ਕਿ ਬਾਕੀ ਜੀਵਾਂ ਦੇ ਅੰਦਰ ਤੇ ਬਾਕੀ ਜੀਵ ਨੇ ਜਿਹੜੇ ਪਸ਼ੂ ਪੰਛੀ ਆਦਿ ਨੇ ਉਹ ਤਾਂ ਉਹਦੇ ਹੁਕਮ ਵਿੱਚ ਨੇ। ਹੁਣ ਮਨੁੱਖ ਦੀ ਗੱਲ ਹੀ ਹੈ ਕਿ ਜਦੋਂ ਭੁੱਲਦਾ ਉਦੋਂ ਇਹਦੀ ਆਤਮਿਕ ਮੌਤ ਹੋ ਜਾਂਦੀ ਹੈ। ਜਦੋਂ ਭੁੱਲਦਾ ਕਿ ਮਾਲਕ ਦੇ ਜਾਂਦੇ ਬਿਲਮ ਨਾ ਹੋਵੇ ਵਿਨ ਨਾਮ ਹੈ ਬਿਸਮਾਦ। ਕੀ ਵੇਖੋ ਕਿੰਨੀ ਵੱਡੀ ਅਚਰਜ ਗੱਲ ਹੈ ਕਿ ਮਨੁੱਖ ਦਾ ਜ਼ਮੀਰ ਉਦੋਂ ਹੀ ਮਰ ਜਾਂਦਾ ਜਦੋਂ ਇਹ ਰੱਬ ਨੂੰ ਭੁੱਲਦਾ ਹੈ, ਉਦੋਂ ਹੀ ਅੰਤਰ ਆਤਮਿਕ ਮੌਤ ਹੋ ਜਾਂਦੀ ਜਦੋਂ ਇਹ ਭੁੱਲ ਜਾਂਦਾ। ਵਿਨ ਨਾਮ ਹੈ, ਨਾਮ ਤੋਂ ਬਿਨਾਂ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਹੇ ਮੇਰੇ ਮਨ ਸਤਿਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਲੱਗ, ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਜਿਹੜਾ ਹੈ ਕਰਨਾ ਕਰ। ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ। ਕਿ ਆਪਣੇ ਮਨ ਦੀ ਮਤ ਤਿਆਗ ਦੇ, ਕਿ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ, ਆਪਣੇ ਮਨ ਦੇ ਨਾਲ ਆਪਣੇ ਜੀਵਨ ਦੇ ਫੈਸਲੇ ਕਰਨੇ ਛੱਡ ਦੇ। ਇਹਦੇ ਨਾਲ ਤੈਨੂੰ ਨੁਕਸਾਨ ਹੋਏਗਾ ਅਤੇ ਦੁਨੀਆ ਦੇ ਪਦਾਰਥਾਂ ਦਾ ਮੋਹ ਆ ਜਿਹੜਾ ਉਹ ਤਿਆਗ ਦੇ। ਜੋ ਦਿਸੈ ਸੋ ਵਿਣਸਣਾ, ਕਿਉਂਕਿ ਜੋ ਕੁਝ ਦਿਸ ਰਿਹਾ ਹੈ ਉਹ ਵਿਣਸਣਾ ਭਾਵ ਵਿਣਸਣ ਵਾਲਾ ਹੈ, ਖਤਮ ਹੋਣ ਵਾਲਾ ਹੈ, ਉਹ ਸਭ ਨਾਸ਼ਵੰਤ ਹੈ। ਭਾਵੇਂ ਇੱਥੋਂ ਤੱਕ ਕਿ ਸੂਰਜ ਵੀ ਸਾਨੂੰ ਅੱਖਾਂ ਦੇ ਨਾਲ ਦਿਸਦਾ, ਇਹ ਵੀ ਵਿਣਸਣ ਵਾਲਾ ਹੈ, ਵੀ ਖਤਮ ਹੋਣ ਵਾਲਾ ਹੈ। ਕਹਿਣ ਤੋਂ ਭਾਵ ਜੋ ਵੀ ਸਾਨੂੰ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਹੈ, ਭਾਵੇਂ ਉਹ ਬਨਸਪਤੀ ਹੈ, ਭਾਵੇਂ ਉਹ ਕੋਈ ਵੀ ਚੀਜ਼ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ, ਈਵਨ ਕਿ ਜੋ ਇਹਨਾਂ ਅੱਖਾਂ ਦੇ ਨਾਲ ਨਹੀਂ ਵੀ ਨਜ਼ਰ ਆਉਂਦਾ ਉਹ ਵੀ ਖਤਮ ਹੋਣ ਵਾਲਾ ਹੈ। ਪਰਮਾਤਮਾ ਮਾਲਕ ਨੂੰ ਛੱਡ ਕੇ ਸਭ ਕੁਝ ਹੈ ਜਿਹੜਾ ਉਹ ਖਤਮ ਹੋਣ ਵਾਲਾ, ਵਿਣਸਣ ਵਾਲਾ ਹੈ। ਵਿਣਸਣਾ ਤੋਂ ਭਾਵ ਨਾਸ਼ਵੰਤ, ਵਿਣਸ ਜਾਣਾ, ਖਤਮ ਹੋਣਾ। ਜਿਉ ਕੁਕਰ ਹਰ ਕਾਇਆ ਧਾਵੈ ਦਾਹ ਦਿਸ਼ ਜਾਏ। ਹੁਣ ਇੱਕ ਇੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਫਿਰ ਉਦਾਹਰਨ ਦਿੰਦੇ ਹਨ। ਇੱਕ ਕੁਕਰ ਤੋਂ ਭਾਵ ਕੁੱਤਾ, ਹਰਕਾਇਆ ਤੋਂ ਭਾਵ ਹਲਕਿਆ ਹੋਇਆ। ਕਿ ਜਦੋਂ ਕੋਈ ਕੁੱਤਾ ਹਲਕ ਜਾਂਦਾ ਹੈ ਕਿ ਉਹ ਫਿਰ ਭੌਂਦਾ ਰਹਿੰਦਾ ਹੈ, ਉਹਨੂੰ ਜਿੱਧਰ ਨੂੰ ਫਿਰ ਮੂੰਹ ਹੁੰਦਾ ਉਧਰ ਨੂੰ ਤੁਰਿਆ ਜਾਂਦਾ, ਉਹਦਾ ਆਪਣੇ ਦਿਮਾਗ ਦੇ ਉੱਤੇ ਬਿਲਕੁਲ ਵੀ ਕੰਟਰੋਲ ਨਹੀਂ ਰਹਿੰਦਾ। ਕਿ ਧਾਵੈ, ਧਾਵੇ ਤੋਂ ਭਾਵ ਦੌੜਦਾ ਹੈ, ਦਾਹ ਦਿਸ਼ ਜਾਏ, ਦਸਾਂ ਦਿਸ਼ਾਵਾਂ ਵਾਲੀ ਦੌੜਦਾ, ਭਾਵ ਕਿ ਉਹਨੂੰ ਫਿਰ ਇਹ ਨਹੀਂ ਪਤਾ ਲੱਗਦਾ ਉਹਨੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਫਿਰ ਜਿੱਧਰ ਨੂੰ ਉਹਦਾ ਮੂੰਹ ਹੋਈ ਜਾਂਦਾ ਉਧਰ ਨੂੰ ਤੁਰਿਆ ਜਾਂਦਾ, ਉਧਰ ਨੂੰ ਭੱਜਿਆ ਫਿਰਦਾ, ਉਹਨੂੰ ਆਪਣੇ ਆਪ ਦੀ ਬਿਲਕੁਲ ਸੋਝੀ ਨਹੀਂ ਹੁੰਦੀ।
इस करके पातशाह जी आखदे कि जिवें कुत्ता हलक जाता है, जदों हलकिया होया कुत्ता वो भटकदा फिरदा है सारियां दिशावां दे वल। लोभी जंत न जानई, भख अपख सब खाए। पातशाह जी आखन लगे फिर इसे तरह ही जिहड़ा लोभी जीव हुंदा है ना, जिन्हों बड़ा लोभ हुंदा, लालची जिहड़ा मनुख हो जाता है, जीव हो जाता है, वो भी इस हल्के कुत्ते वर्गा हो जाता है। ਉਹਨੂੰ फिर पता ही नहीं लगता कि उन्हें समाज ਦੇ ਵਿੱਚ किस तरह पेश होना। इत्थों तक कि वो अपने रिश्तेदारां नाल भी चंगी तरह पेश नहीं आउंदा, उधरों भी लालच वस हो करके फिर वो जिहड़ा है बड़ा प्रॉफिट भालदा है। क्योंकि वो जिवें कुत्ता हलक जाता है, ਉਹਨੂੰ अपने परिवार बच्चों की नहीं रहिंदी, इसे तरह अपने साथियों की नहीं, उसे तरह फिर लालच वस हो करके जिहड़ा मनुख भी फिर ਉਹ ਲਾਲਚ ਦੇ ਵਿੱਚ ਆ ਕਰਕੇ ਹਲਕ ਜਾਂਦਾ ਹੈ ਨਾ, ਫਿਰ ਉਹ ਵੀ ਇਵੇਂ ਕਰਦਾ, ਉਹ ਕਿਸੇ ਨੂੰ ਨਹੀਂ ਬਖਸ਼ਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਆਖਦੇ ਭਖ ਅਪਖ। ਭਖ ਤੋਂ ਭਾਵ ਹੈ ਖਾਣਯੋਗ ਵਸਤੂ, ਅਪਖ ਤੋਂ ਭਾਵ ਜਿਹੜੀ ਖਾਣਯੋਗ ਨਹੀਂ ਵਸਤੂ ਹੈ। ਕਿ ਫਿਰ ਉਹ ਜਿਹੜਾ ਮਨੁੱਖ ਹੈ, ਲੋਭੀ ਜਿਹੜਾ ਮਨੁੱਖ ਹੁੰਦਾ ਹੈ, ਉਹਨੂੰ ਕੁਝ ਨਹੀਂ ਸੋਚਦਾ ਹਲਕੇ ਕੁੱਤੇ ਦੇ ਵਾਂਗ। ਇਸੇ ਤਰ੍ਹਾਂ ਫਿਰ ਉਹ ਚੰਗੀ ਮੰਦੀ ਫਿਰ ਹਰੇਕ ਚੀਜ਼ ਹੀ ਖਾ ਲੈਂਦਾ ਹੈ, हरेक चीज़ नूं खाई जाता, उन्होंने कुछ नहीं पता होंदा कि ये चंगा है ये माड़ा है। कहण तो भाव सब कुछ जिहड़ा है वो करदा है। काम क्रोध मद व्यापिया, फिर जोनी पाए। काम दे ते क्रोध दे नशे विच फसिया होया मनुख फिर मुड़ मुड़ जूना विच पैंदा रहिंदा है। व्यापिया तो भाव फसिया होया कि जिहड़ा विकारां दे विच, काम दे विच, क्रोध दे विच फसिया होया है, वो फिर मुड़ मुड़ जिहड़ा है उहनूं जम तंग करदे ने। भाव वो जमदा मरदा रहिंदा है। जदों सतगुरु दा शब्द चेते आउंदा है, उदों कुछ समय वास्ते शांत हो जाता है। जदों भुल जाती है याद, फिर जिहड़ा है काम क्रोध दे विच जिहड़ा है वो फस जाता है। माया जाल पसारिया, भीतर चोग बनाए। भीतर तो भाव विच, भीतर का अर्थ पिछे भी होंदा है, पर भीतर का अर्थ इत्थे विच है। सतगुरु पातशाह जी आखन लगे कि फिर माया ने विषयां का जिहड़ा है चोगा जाल विच तैयार करके वो जाल खिलारिया होया है कि जिहड़े ये विषय विकार ने, इस माया ने जिहड़ा जाल तैयार किया होया विच इहदी चोग बना के पाई हुई है विषयां दे रूप दे विच। माया दा इक अपना जाल है। फिर जिहड़ा मनुख है, फिर जिहड़ा गुरु दे शब्द दा आसरा नहीं लैंदा, वो फिर इहदे विच फसदा है। पातशाह जी इसी तरह आखदे हन, माया जाल पसारिया, फिर उन्हें जाल दा एक पसारा किया होया है। भीतर चोग बनाए, विच जिहड़ी विषयां दी जिहड़ी है चोग वो खिलारी हुई। काम क्रोध लोभ मोह हंकार, ये विषयां दे जिहड़े ने विषयां दी चोग बना करके विच पाई हुई है। तृष्णा पंखी फासिया, निकस न पाए माए। पातशाह जी आखन लगे फिर माया की तृष्णा ने जीव है जिहड़ा ये पंछी का रूप है, क्योंकि जाल है जिहड़ा वो पंछियां वास्ते विछाया जाता बहुती वारी कि उड़दियां नूं चोग खिलार के फसाउण लई। इसे तरह कि जिहड़ा जीव पंखी नूं उस जाल विच फसाया होया है, ते ही मेरी मां जीव उस जाल विचों खलासी नहीं। निकस तो भाव खलासी कि निकलना, कि उस जाल विचों खलासी प्राप्त नहीं कर सकता, निकल नहीं सकता, क्योंकि माया का जाल इन्ना ज़्यादा मजबूत है। तृष्णा पंखी फासिया, फिर उहदी तृष्णा के अधीन हो करके विकारां दे विच फस करके हुण सहजे है कि जदों कोई शिकारी है वो पंछियां नूं फड़दा है, वो उन्हां दे तरीके दी चोग पाउंदा उत्थे, ते सहजे है कि पंछी आके फिर जदों विच आउंदे ने ते फस जांदे ने। फिर हुण शिकारी इन्ना भी माड़ा नहीं हुंदा कि जाल है जिहड़ा बिल्कुल अजिहा लाए कि पंछी आउण भी चुग लैण ते उड़ जाण, ऐसा तो नहीं हुंदा। पक्के प्रबंध कीते हुंदे कि जिहड़ा विच फस गया बस वो निकले ना।
ਇਸੇ ਤਰ੍ਹਾਂ ਭਾਵੇਂ ਸਮੁੰਦਰ ਦੇ ਵਿੱਚੋਂ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜੀਆਂ ਉਹ ਮੱਛੀਆਂ ਫੜੀਆਂ ਜਾਂਦੀਆਂ ਜਾਂ ਹੋਰ ਪਾਣੀ ਦੇ ਵਿੱਚੋਂ, ਉਹ ਫਿਰ ਜਦੋਂ ਜਾਲ ਸੁੱਟਦੇ ਆ ਨਾ, ਫਿਰ ਜਾਲ ਐਸਾ ਨਹੀਂ ਸੁੱਟਦੇ ਕਿ ਉਹਨੂੰ ਪਾੜ ਕੇ ਜਾਂ ਵੈਸੇ ਵਿੱਚੋਂ ਨਿਕਲ ਜਾਣ। ਫਿਰ ਜਿਹੜੀ ਇੱਕ ਵਾਰੀ ਵਿੱਚ ਆ ਗਈ ਬਸ ਉਹਦਾ ਜੀਵਨ ਸਮਾਪਤ ਹੈ। ਇਸੇ ਤਰ੍ਹਾਂ ਹੀ ਮਾਇਆ ਨੇ ਜਿਹੜੇ ਇਹ ਵਿਕਾਰਾਂ ਦਾ ਚੋਗਾ ਖਿਲਾਰਿਆ ਹੋਇਆ ਹੈ ਤੇ ਜਾਲ ਦੇ ਵਿੱਚੋਂ ਫਿਰ ਨਿਕਲਣਾ ਸੌਖਾ ਨਹੀਂ ਹੈ, ਨਿਕਲ ਨਹੀਂ ਦਿੰਦੀ ਐਡੀ ਸੌਖੀ ਉਹ। ਫਿਰ ਇਸ ਕਰਕੇ ਪਾਤਸ਼ਾਹ ਜੀ ਨਿਕਸ ਨਾ ਪਾਏ ਮਾਏ, ਕਿ ਕੋਈ ਜਿਹੜਾ ਜੀਵ ਹੈ ਉਹ ਇਹਦੇ ਵਿੱਚੋਂ ਹੀ ਮੇਰੀ ਮਾਂ ਛੇਤੀ ਨਾਲ ਹੈ ਜਿਹੜਾ ਉਹ ਨਿਕਲ ਨਹੀਂ ਸਕਦਾ, ਖਲਾਸੀ ਨਹੀਂ ਪ੍ਰਾਪਤ ਕਰ ਸਕਦਾ ਹੈ। ਜਿਨ ਕੀਤਾ ਤਿਸੈ ਨ ਜਾਣਈ, ਫਿਰ ਫਿਰ ਆਵੈ ਜਾਏ। ਸਤਿਗੁਰੂ ਜੀ ਆਖਾਂਗੇ ਕਿਉਂਕਿ ਗੱਲ ਇਹ ਹੈ, ਜਿਨ ਕੀਤਾ, ਜਿਸ ਮਾਲਕ ਪਰਮੇਸ਼ਰ ਨੇ ਇਹ ਸਭ ਕੁਝ ਪੈਦਾ ਕੀਤਾ ਹੈ, ਜਿਨ ਕੀਤਾ ਤਿਸੈ ਨਾ ਜਾਣੀ, ਉਹਨੂੰ ਇਹ ਜਾਣਦਾ ਹੀ ਨਹੀਂ, ਉਹਦੇ ਨਾਲ ਇਹ ਸਾਂਝ ਹੀ ਨਹੀਂ ਪਾਉਂਦਾ, ਉਹਦੇ ਨਾਲ ਜੁੜਦਾ ਨਹੀਂ, ਅਤੇ ਫਿਰ ਆਵੈ ਜਾਏ, ਤੇ ਫਿਰ ਜਿਹੜਾ ਹੈ ਆਉਂਦਾ ਜਾਂਦਾ ਰਹਿੰਦਾ, ਭਾਵ ਜੰਮਦਾ ਮਰਦਾ ਰਹਿੰਦਾ ਹੈ। ਅਨਕ ਪ੍ਰਕਾਰੀ ਮੋਹਿਆ, ਬਹੁ ਬਿਦ ਇਹ ਸੰਸਾਰ। ਅਨਕ ਪ੍ਰਕਾਰੀ ਭਾਵ ਬਹੁਤ ਪ੍ਰਕਾਰ ਨਾਲ, ਕਈ ਤਰੀਕਿਆਂ ਦੇ ਨਾਲ, ਕਈ ਢੰਗਾਂ ਦੇ ਨਾਲ, ਕਿ ਇਸ ਜਗਤ ਨੂੰ ਮਾਇਆ ਨੇ ਜਿਹੜਾ ਹੈ ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿੱਚ ਕਈ ਤਰੀਕਿਆਂ ਦੇ ਨਾਲ ਜਿਹੜਾ ਹੈ ਮੋਹਿਆ ਹੋਇਆ ਹੈ। ਬਹੁ ਬਿਧ ਇਹ ਸੰਸਾਰ, ਇਸ ਸਾਰੇ ਸੰਸਾਰ ਨੂੰ। ਜਿਸਨੂੰ ਰੱਖੈ ਸੋ ਰਹੈ, ਸਮਰਿੱਥ ਪੁਰਖ ਅਪਾਰ। ਇੱਥੇ ਮੰਮੇ ਨੂੰ ਸਿਹਾਰੀ ਹੈ, ਸਮਰਿੱਥ, ਰਾਰੇ ਨੂੰ ਸਿਹਾਰੀ ਜਿਹੜੀ ਹੈ ਮਾਤਰਾ ਹੈ ਉਹ ਰਾਰੇ ਨੂੰ ਬੋਲੇ, ਸਮਰਿੱਥ ਪੁਰਖ ਅਪਾਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਫਿਰ ਇਹਦੇ ਵਿੱਚੋਂ ਜਿਸਨੂੰ ਰੱਖੈ ਸੋ ਰਹੈ, ਕਿ ਇਸ ਮਾਇਆ ਦੇ ਵਿੱਚੋਂ ਫਿਰ ਉਹੀ ਬਚ ਸਕਦਾ ਹੈ ਜਿਸ ਨੂੰ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ, ਆਪ ਜਿਸ ਦੇ ਉੱਤੇ ਬਖਸ਼ਿਸ਼ ਕਰੇ ਉਹੀ ਇਹਦੇ ਵਿੱਚੋਂ ਬਚ ਸਕਦਾ ਹੈ। ਹਰ ਜਨ ਹਰ ਲਿਵ ਉਦਰੇ, ਨਾਨਕ ਸਦ ਬਲਿਹਾਰ। ਪਰਮਾਤਮਾ ਦੀ ਮਿਹਰ ਨਾਲ, ਪਰਮਾਤਮਾ ਦੇ ਭਗਤ ਹੀ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਬਚਦੇ ਹਨ, ਕਿ ਜਿਹੜੇ ਉਸ ਮਾਲਕ ਦੇ ਚਰਨਾਂ ਨਾਲ ਸੁਰਤ ਜੋੜਦੇ ਨੇ ਫਿਰ ਉਹਨਾਂ ਦੇ ਉੱਤੇ ਮਿਹਰ ਹੁੰਦੀ ਹੈ, ਉਹੀ ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ, ਉਹੀ ਇਸ ਮਾਇਆ ਤੋਂ ਬਾਹਰ ਨਿਕਲਦੇ ਹਨ। ਹੇ ਨਾਨਕ, ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋ, ਕੁਰਬਾਨ ਹੋ, ਨਾਨਕ ਸਦ ਬਲਿਹਾਰ, ਸਦ ਹੀ ਬਲਿਹਾਰ ਜਾਣਾ ਕਰ। ਸ੍ਰੀ ਰਾਗ ਮਹਿਲਾ ਪੰਜਵਾ, ਘਰ ਦੂਜਾ। ਗੋਇਲ ਆਇਆ ਗੋਇਲੀ, ਕਿਆ ਤਿਸ ਟੰਫ ਪਸਾਰ। ਡੰਫ ਦਾ ਭਾਵ ਹੈ ਵਿਖਾਵਾ। ਗੋਇਲ ਤੋਂ ਭਾਵ ਗੋਇਲ ਆਇਆ ਗੋਇਲੀ, ਗੋਇਲ ਉਹ ਮਨੁੱਖ ਜਿਹੜਾ ਪਸ਼ੂ ਚਾਰਦਾ, ਪਸ਼ੂਆਂ ਦੇ ਵੱਗ ਜਿਹੜੇ ਇਕੱਠੇ ਕਰਕੇ, ਕਿਉਂ ਆਮ ਤੌਰ ਤੇ ਜਿਹੜਾ ਗੁੱਜਰ ਹੁੰਦੇ ਨੇ ਉਹ ਵੀ ਬਹੁਤ ਸਾਰੇ ਪਸ਼ੂ ਹੁੰਦੇ ਉਹਨਾਂ ਕੋਲ, ਉਹ ਵੀ ਪਸ਼ੂ ਜਿਹੜੇ ਉਹ ਚਾਰਦੇ ਨੇ, ਕਿ ਦਰਿਆਵਾਂ ਦੇ ਕੰਢੇ ਤੇ ਜਿਹੜੀ ਘਾਹ ਆਦਿਕ ਉਗਦੀ ਹੈ, ਹਰੀ ਹਰੀ ਜਿਹੜੀ ਜੋ ਵੀ ਹਰਾ ਚਾਰਾ ਹੁੰਦਾ ਹੈ, ਤੇ ਜਦੋਂ ਫਿਰ ਇਲਾਕਿਆਂ ਦੇ ਵਿੱਚ ਔੜ ਆ ਜਾਂਦੀ ਹੈ ਨਾ, ਫਿਰ ਬਹੁਤ ਸਾਰੇ ਜਿਹੜੇ ਚਰਵਾਹੇ ਹੁੰਦੇ ਆ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਫਿਰ ਉਹਨਾਂ ਥਾਵਾਂ ਤੇ ਨਿਕਲ ਜਾਂਦੇ ਆ ਜਿੱਥੇ ਹਰੀ ਘਾਹ ਹੋਵੇ, ਕਿ ਜਿੱਥੇ ਪਾਣੀ ਵਗਦਾ ਹੋਵੇ ਤੇ ਕੰਢੇ ਤੇ ਘਾਹ ਹੋਵੇ, ਤੇ ਜਦੋਂ ਔੜ ਲੱਗਦੀ ਹੈ ਉਹਨਾਂ ਦੇ ਇਲਾਕਿਆਂ ਦੇ ਵਿੱਚ ਫਿਰ ਆਪਣਾ ਸਾਰਾ ਡੰਗਰ ਪਸ਼ੂ ਲੈ ਕੇ ਉੱਥੇ ਚਲੇ ਜਾਂਦੇ ਹਨ। ਇਸ ਤਰ੍ਹਾਂ ਫਿਰ ਉਹ ਪਾਤਸ਼ਾਹ ਜੀ ਆਖਣ ਗੋਇਲ ਆਇਆ ਗੋਇਲੀ, ਗੋਇਲੀ ਤੋਂ ਭਾਵ ਕਿ ਚਰਾਗਾਹ, ਜਿਹੜੀ ਉਹ ਚਾਰਗਾਹ ਹੈ ਜਿੱਥੇ ਪਸ਼ੂ ਚਰਦੇ ਹਨ, ਜਿੱਥੇ ਹਰੀ ਘਾਹ ਹੈ, ਜਿੱਥੇ
ਔੜ ਤੋਂ ਬਾਅਦ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਂਦੇ ਹਨ ਚਰਵਾਹੇ ਗੁੱਜਰ ਆਦਿ ਵੀ ਜਿਹੜੇ ਹਨ ਉਹ ਲੈ ਕੇ ਜਾਂਦੇ ਨੇ, ਕਿਉਂਕਿ ਪੰਜਾਬ ਵਿੱਚ ਹੀ ਆਮ ਹੈ ਕਿ ਜਦੋਂ ਫਸਲਾਂ ਕੱਟੀਆਂ ਜਾਂਦੀਆਂ ਨੇ ਤੇ ਉਦੋਂ ਬਹੁਤ ਸਾਰੇ ਵੱਗ ਲੈ ਕੇ ਆਏ ਜਾਂਦੇ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਇੱਥੇ ਜਿਹੜਾ ਉਹ ਆਖਣਾ ਕਰ ਰਹੇ ਹਨ ਕਿ ਗੋਇਲ ਆਇਆ, ਕਿ ਔੜ ਦੇ ਸਮੇਂ ਥੋੜੇ ਦਿਨਾਂ ਲਈ ਜਿਹੜੇ ਚਰਵਾਹੇ ਹੁੰਦੇ ਹਨ ਗੁੱਜਰ ਆਦਿ ਆਪਣਾ ਮਾਲ ਡੰਗਰ ਲੈ ਕੇ ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ। ਕਿਆ ਤਿਸ ਡੰਫ ਪਸਾਰ, ਫਿਰ ਉੱਥੇ ਜਾ ਕਰਕੇ ਉੱਥੇ ਉਸ ਨੂੰ ਆਪਣੇ ਕਿਸੇ ਵੱਡਪਨ ਦਾ ਖਲਾਰਾ ਜਿਹੜਾ ਸ਼ੋਭਦਾ ਨਹੀਂ, ਕਿ ਜਦੋਂ ਆਪਣੇ ਘਰ ਹੁੰਦਾ ਉਦੋਂ ਬੜਾ ਆਪਣੇ ਆਪ ਨੂੰ ਵੱਡਾ ਦੱਸਦਾ ਕਿ ਮੈਂ ਇਹਦਾ ਮਾਲਕ ਹਾਂ, ਮੇਰੇ ਕੋਲ ਆਹ ਕੁਛ ਹੈ। ਹੁਣ ਜਦੋਂ ਔੜ ਲੱਗ ਜਾਂਦੀ ਹੈ ਉਦੋਂ ਉਹਨੂੰ ਫਿਰ ਆਪਣੇ ਡੰਗਰ ਪਸ਼ੂ ਲੈ ਕੇ ਜਾਣਾ ਪੈਂਦਾ ਬਾਹਰ। ਫਿਰ ਉੱਥੇ ਜਾ ਕਰਕੇ ਸਤਿਗੁਰੂ ਜੀ ਆਖਣ ਲੱਗੇ, ਉੱਥੇ ਫਿਰ ਉਹਨੂੰ ਇਹ ਆਪਣਾ ਵਿਖਾਵਾ ਜਿਹੜਾ ਸ਼ੋਭਦਾ ਨਹੀਂ ਕਿ ਹਾਂ ਮੈਂ ਬਹੁਤ ਵੱਡਾ ਹਾਂ ਜਾਂ ਕਿੱਦਾਂ ਹਾਂ। ਉੱਥੇ ਜਾ ਕੇ ਉਹਨੂੰ ਮਜਬੂਰੀ ਵਸ ਕੁਝ ਦਿਨਾਂ ਦੇ ਲਈ ਜਿਹੜਾ ਉਹ ਰਹਿਣਾ ਪੈਂਦਾ ਹੈ। ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ, ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਹਨ ਕਿ ਜਿਵੇਂ ਉਹ ਆਪਣਾ ਸਾਰਾ ਕੁਝ ਲੈ ਕਰਕੇ ਘਰੋਂ ਬਾਹਰ ਆ ਜਾਂਦਾ ਹੈ, ਤਿਵੇਂ ਹੀ ਹੈ ਜੀਵ ਮੁਹਲਤ ਤੋਂ ਭਾਵ ਬਹੁਤ ਥੋੜਾ ਸਮਾਂ, ਕਿ ਆਪਾਂ ਕਹਿੰਦੇ ਕਿ ਤੈਨੂੰ ਇੰਨੇ ਸਮੇਂ ਦੀ ਮੁਹਲਤ ਹੈ, ਭਾਵ ਥੋੜਾ ਸਮਾਂ। ਪੁੰਨੀ ਚੱਲਣਾ, ਸਤਿਗੁਰੂ ਜੀ ਆਖਣ ਲੱਗੇ ਤਿਵੇਂ ਹੀ ਜੀਵ ਤੈਨੂੰ ਇੱਥੇ ਜਗਤ ਵਿੱਚ ਰਹਿਣ ਲਈ ਮਿਲਿਆ ਸਮਾਂ ਜਿਹੜਾ ਉਹ ਮੁੱਕ ਜਾਏਗਾ, ਖਤਮ ਹੋ ਜਾਣਾ ਉਹ ਵੀ। ਤੂੰ ਸੰਮਲ ਘਰ-ਬਾਰ, ਤੇ ਤੂੰ ਇੱਥੋਂ ਤੁਰ ਪਏਗਾ, ਇਸ ਵਾਸਤੇ ਆਪਣੇ ਅਸਲੀ ਘਰ ਘਾੜ ਦੀ ਜਿਹੜੀ ਸੰਭਾਲ ਹੈ ਉਹ ਚੇਤੇ ਰੱਖ। ਜਿਵੇਂ ਚਰਵਾਹਾ ਆਉਂਦਾ ਹੈ ਨਾ ਕੁਝ ਸਮੇਂ ਦੇ ਲਈ ਦਰਿਆਵਾਂ ਦੇ ਜਾਂ ਜਿੱਥੇ ਹਰੀ ਘਾਹ ਹੈ, ਹਰਾ ਚਾਰਾ ਹੈ, ਉੱਥੇ ਚਾਰਨ ਦੇ ਲਈ, ਤੇ ਫਿਰ ਵਾਪਸ ਮੁੜ ਜਾਂਦਾ ਹੈ। ਇਵੇਂ ਸਤਿਗੁਰੂ ਜੀ ਆਖਣ ਲੱਗੇ, ਹੇ ਜੀਵ ਤੂੰ ਹੈ, ਥੋੜੇ ਸਮੇਂ ਦੇ ਲਈ ਆਇਆ ਇੱਥੇ, ਤੇ ਤੂੰ ਆ ਕੇ ਸਮਝ ਲੈਣਾ ਕਿ ਮੈਂ ਇੱਥੇ ਬਾਦਸ਼ਾਹ ਬਣ ਗਿਆ। ਜਿਵੇਂ ਚਰਵਾਹੇ ਨੂੰ ਉੱਥੇ ਆ ਕਰਕੇ ਆਪਣਾ ਵਿਖਾਵਾ ਨਹੀਂ ਸ਼ੋਭਦਾ, ਇਵੇਂ ਤੂੰ ਵੀ ਇੱਥੇ ਆ ਕੇ ਵਿਖਾਵੇ ਦੇ ਵਿੱਚ ਨਾ ਪੈ। ਕੁਝ ਕੁ ਸਮਾਂ ਹੀ ਹੈ ਤੇਰੇ ਵਾਸਤੇ, ਤੇ ਉਦੋਂ ਬਾਅਦ ਤੂੰ ਇੱਥੋਂ ਚਲਾ ਜਾਣਾ ਹੈ। ਇਸ ਕਰਕੇ ਆਪਣੇ ਅਸਲੀ ਘਰ ਬਾਰੇ ਸੋਚ, ਅਸਲੀ ਆਪਣੀ ਜੋ ਕਰਮਾਂ ਦੀ ਕਿਰਤ ਹੈ ਉਸ ਦੇ ਬਾਰੇ ਸੋਚਣਾ ਕਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿ ਹੇ ਮੇਰੇ ਮਨ ਹਰ ਗੁਣ ਗਾਓ, ਕਿ ਪ੍ਰਮਾਤਮਾ ਦੇ ਗੁਣ ਗਾਇਆ ਕਰ। ਸਤਿਗੁਰ ਸੇਵ ਪਿਆਰ, ਤੇ ਪਿਆਰ ਨਾਲ ਗੁਰੂ ਦੀ ਦੱਸੀ ਸੇਵਾ ਹੈ ਜਿਹੜੀ ਉਹ ਕਰਨੀ ਕਰ। ਸਤਿਗੁਰ ਸੇਵ ਪਿਆਰ, ਸਤਿਗੁਰੂ ਦੀ ਦੱਸੀ ਸੇਵਾ ਪਿਆਰ ਦੇ ਨਾਲ ਕਰਨੀ ਕਰ। ਕਿਆ ਥੋੜੜੀ ਬਾਤ ਗੁਮਾਨ ਰਹਾਓ, ਦੋ ਰਾੜੇ ਹਨ ਪਿਛਲੇ ਪਾਸੇ, ਥੋੜੜੀ ਬਾਤ ਗੁਮਾਨ, ਕਿਉਂਕਿ ਰਾੜਾ ਜਿਹੜਾ ਸ਼ਬਦ ਹੈ ਉਹ ਬਾਕੀ ਭਾਸ਼ਾਵਾਂ ਵਾਲਿਆਂ ਨੂੰ ਬੋਲਣਾ, ਖਾਸ ਕਰਕੇ ਇੰਗਲਿਸ਼ ਵਾਲਿਆਂ ਨੂੰ ਬਹੁਤ ਔਖਾ ਹੁੰਦਾ ਹੈ, ਉਹ ਰਾੜਾ ਨਹੀਂ ਛੇਤੀ ਬੋਲ ਸਕਦੇ। ਇਹ ਦੇਖੋ ਕਿ ਤੁਸੀਂ ਇੰਗਲਿਸ਼ ਦਾ ਕੋਈ ਵੀ ਸ਼ਬਦ ਹੈ ਉਹ ਪੰਜਾਬੀ ਦੇ ਵਿੱਚ ਜਿਹੜਾ ਪੰਜਾਬੀ ਬੋਲਦਾ ਹੈ, ਜਿਹਦੀ ਮਾਂ ਬੋਲੀ ਪੰਜਾਬੀ, ਬੜੇ ਆਰਾਮ ਨਾਲ ਬੋਲ ਸਕਦਾ ਹੈ, ਕੋਈ ਵੀ ਭਾਸ਼ਾ ਬੋਲ ਸਕਦਾ ਹੈ। ਪਰ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਜਾਂ ਜਿਹਦੀ ਮਾਂ ਬੋਲੀ ਪੰਜਾਬੀ ਨਹੀਂ ਹੈ, ਉਹਨੂੰ ਪੰਜਾਬੀ ਦੇ ਵਿੱਚ ਕੁਝ ਜਿਹੜੇ ਅੱਖਰ ਹੈ ਉਹ ਸਿੱਖਣ ਤੇ ਬਹੁਤ ਸਮਾਂ ਲੱਗਦਾ ਹੈ। ਇੱਕ ਨਹੀਂ ਕਈ ਹਨ ਜਿਨ੍ਹਾਂ ਦਾ ਉਚਾਰਨ ਇੰਗਲਿਸ਼ ਦੇ ਵਿੱਚ ਨਹੀਂ ਹੈ, ਕਿ ਇੰਨੀ ਕੁ ਜਿਹੜੀ ਭਾਸ਼ਾ ਹੈ ਉਹ ਅਮੀਰ ਹੈ ਕਿ ਹਰ ਇੱਕ ਦੇ ਵਿੱਚ ਜਾ ਕੇ ਫਿੱਟ ਨਹੀਂ ਹੁੰਦੀ। ਇਹਦਾ ਆਪਣਾ ਹੀ ਖਲਾਰਾ ਬਹੁਤ ਵੱਡਾ, ਕਿ ਬਾਕੀ ਸਾਰੇ ਸਮਾ ਸਕਦੇ ਆ ਪਰ ਇਹ ਨਹੀਂ ਸਮਾ ਸਕਦੀ ਕਿਸੇ ਛੇਤੀ ਕੀਤੇ। ਇਸ ਕਰਕੇ ਅੱਜ ਇੱਕ ਭੂਤ ਵੀ ਸਵਾਰ ਹੋਇਆ ਕਿ ਪੰਜਾਬੀ ਹੈ ਜਿਹੜੇ ਪੰਜਾਬੀ ਬੋਲਦੇ ਆ ਉਹ ਤਾਂ ਪੜ੍ਹੇ ਲਿਖੇ ਨਹੀਂ ਮੰਨੇ ਜਾਂਦੇ। ਐਸਾ ਨਹੀਂ ਹੈ, ਉਹ ਇੱਕ ਗੱਲ ਵੱਖਰੀ ਹੈ ਕਿ ਇੰਟਰਨੈਸ਼ਨਲ ਵਿਸ਼ਾ ਹੈ, ਤੁਹਾਨੂੰ ਉੱਥੇ ਪਾਸ ਕਰਕੇ ਉੱਥੇ ਜਾਣਾ ਪੈਂਦਾ ਹੈ, ਜਾਂ ਤੁਹਾਨੂੰ ਇੱਥੇ ਸਮਾਜ ਵਿੱਚ ਰਹਿੰਦੇ ਆ ਤੁਸੀਂ ਆਪਣੀ ਮਾਂ ਬੋਲੀ ਨੂੰ ਛੱਡ ਦਿਓ। ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ? ਅੱਜ ਕੱਲ੍ਹ ਬਹੁਤਿਆ ਹੋ ਐਸਾ ਹੀ ਰਿਹਾ। ਵਿਦੇਸ਼ ਜਾਣ ਵਾਲਿਆਂ ਦੀ ਗੱਲ ਵੱਖਰੀ ਹੈ, ਉੱਥੇ ਵੀ ਐਸੇ ਬਹੁਤ ਨੇ ਜਿਹੜੇ ਅੱਜ ਵੀ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਿਆ ਹੋਇਆ,
पर मेरे वर्गे कई बड़े वो आखते हैं कि बस हुण अंग्रेजी तो बिना गल ही नहीं बनती। जां ऐसे बहुत सारे परिवार ने जिन्हां दे बच्चे अज भी कॉन्वेंट स्कूलों के विच जां होर किते पढ़ते ने, खास करके ट्राई सिटी दे विच, पंजाब दे विच भी बहुत थावां ते ऐसा है कि वो बच्चे उत्थे पंजाबी नहीं बोलते, बहुती हिंदी बोलते, घर दे भी फिर जाके फिर उन्हां नूं हिंदी दे विच ही गल करनगे। भाई तुहानूं थोड़ा सिखाया जा रहा हिंदी च बोलण, तुसीं ते पंजाबी बोलो कम से कम बच्चे दे नाल, तुसीं बच्चे दे नाल हिंदी च गल क्यों करदे हो? तुहाडा ते सरमाया ही सारा पंजाबी दे विच है, गुरमुखी दे विच है, ते तुसीं इहनूं ही धक्का देई जा रहे हो। इस करके क्योंकि कई बार हुंदा है ना कि जदों असीं किसी दुकान आदि ते जाना होए ना, ते उत्थे जाके फिर जिहड़ी भाषा अगला बोलदा है ना, अगला भावें पंजाबी होए फिर क्या रेट लगाया है, असीं हिंदी बोलांगे आपदे कोलों, कैसे लगाया है, कितना दोगे, असीं अपने कोलों बोलदे हैं, अगला भावें पंजाबी चंगी तरह जानदा होए। कहण तो भाव है असीं अपना जिहड़ा है उत्थे स्टैंड छड्ड दिंदे कि असीं पंजाबी, साडी मां बोली पंजाबी है जां साडी भाषा गुरमुखी पंजाबी, असीं छड्ड दिंदे उत्थे। कई बारी मेरे नाल भी ऐसा कई बार होया कि कई बार किसी कस्टमर केयर नूं फोन करना होवे ना किसी भी डिपार्टमेंट दे विच, उदों फिर बहुती बार मैं पंजाबी चूज करदा हुंदा, वो फिर अगों कई हिंदी बोलते, फिर मैं कह देना कि भाई मैं पंजाबी चूज की है, मेरे नाल पंजाबी, कि साडे कोल पंजाबी ऑपरेटरां दी घाट है। मैं कहना पंजाबी च गल करूँगा, मैनूं हिंदी आउंदी नहीं, आउंदा भावें सारा कुछ है, पर हुण जदों मैं चूज पंजाबी कर रहा है, जदों मैं मंग पंजाबी दी कीती है तुहाडी ऑप्शन दे मुताबिक, फिर मैं पंजाबी च गल करांगा ना। जे नहीं आउंदी किसी नूं ना आवे, मैं थोड़ा छड्डांगा अपने आप, जे पंजाबी आउंदी समझ ले, नहीं तो ठीक है, नहीं तो इशारे नाल समझा दे, थोड़ा किसी अपनी मां बोली नूं छड्ड दी उत्थे, ऐसा नहीं। खैर सतगुरु जी रहमत करन। क्या थोड़ी बात गुमान, सतगुरु पातशाह जी आखन लगे थोड़ी जितनी गल पिछे, इस थोड़े जे जीवन समय वास्ते क्यों मान करना है, कादे मान विच पिया होया, थोड़ी बात गुमान, निक्की जी गल पिछे तू कादे तू जिहड़ा है मान करदा है कि बड़ा थोड़ा जिहा समा तेरे कोल, फिर भी तू आखां ऐ सोचदा है कि जिवें मैं बस सारी दुनिया दे राजा बन गया, जिवें मेरे तो बिना कोई काम कार हो ही नहीं सकदा। मैं कहना तुसीं जाके विखाओ एक बारी, पिछों सारे काम अपने आप ही होई जांदे है। कोई भी भावें मनुख है, भावें वो कोई राजनीतिक पार्टी का बंदा होए, भावें कोई कुछ होए, भावें किसी भी बिजनेस का, किसी व्यापार का मालक होए, ये सोचता है कि मेरे बिना चल ही सकता, कई इस तरह सोचते कि मेरे बिना घर ही नहीं चल सकता, कि भी तुसीं जाओ सही एक बार, अपने आप सब कुछ चलता है, सब कुछ समय बाद, साल 6 महीने बाद सब भुल जाएंगे तुहानूं, कुछ गल्लां चेते रहणगीਆਂ, बाद च आखणगे कि हुंदा सी, बस इन्ना क आखणगे, सारा अपने आप सिस्टम सैट हो जाता है। सारे जिन्हों कह दिए कि सारियां किरत काम ने जो वो अपने आप टिकाने ते आ जाते हैं कि तू ये निक्की जी गल्लां पिछे मान काहदा करी फिरदा, की है तेरे कोल, कुछ भी नहीं है। जैसे रैन परौणे उठ चल सैं प्रभात, कहते इस तरह है तेरी जिंदगी कि जिमें रात वेले किसी के घर आए प्राहुणे, जदों अगला दिन चढ़ पैंदा है ना, वो उथों उठ के चल पैंदे ने, तिवें ही है तेरा भी यही हाल है। सिर्फ तू शाम को वेले पहुँचदा है, ते जदों रात पूरी हो जाती है, भाव जिंदगी के सवास पूरे हो जाते हैं, तू अगां चल पैना है। क्या तुरता ग्रस्त स्यों सब फुल्लां की बागात, तू इस गृहस्थ नाल भाव बाग परिवार नाल, कि अपने परिवार, तेरे परिवार दे विच कई फुੱਲ ने, कि परिवार दे विच गृहस्थ दे विच क्यों मस्त होया पिया, क्यों भुला पिया उस मालक नूं। ये सारी फुੱਲਾਂ ਦੀ ही जिहड़ी बगीची समान है कि सारे फुੱਲ ही ने, जदों जिहदा समा आ जाता है वो फुੱਲ अपनी
जीवन लीला है, भाव कि अपने सवास पूरे करके इत्थों तुर पैंदा अगे, ते मगरों नवे फुੱਲ उगदे तुरे आउंदे, पुराने तुरे जा रहे ने, नवे उगदे आ रहे ने। ये एक फुੱਲਾਂ दी बगीची ही है। मेरी मेरी क्या कर है जिन दिया सो प्रभ लोड़। कि मेरी मेरी का तो करता है कि ये चीज़ मेरी है, ये जायदाद मेरी है, ये परिवार मेरा है, ये कुछ मेरा है। माया दे अधीन होकर के ऐसा ना कर। क्यों अजिहा मन कर रहे हैं, क्यों एवें हंकार दे विच पिया होए। जिन दिया सो प्रभ लोड़, जिस परमात्मा ने ये सब कुछ दिता है उस नूं लोड़, उस नूं लोड़ तो भाव लभ, ओनू लभना कर, ओनू अपने अंदर वेखना कर कि जिन्ने ये सब कुछ तैनू दिता होया है। सर पर उठी चलना छड़ जासी लख करोड़। सर पर तो भाव जरूरी पक्का ही है कि जाना ही जाना जरूर, कि सर पर उठी चलना कि इथों जरूर कूच कर जाना है, पक्का ही है। इनू जिंदगी नू सच ना मान, जिउना झूठ है, मरना सच है। तू उल्टा समझी बैठा है, तू जिउन नू सच ते मरन नू झूठ समझी बैठा है। सर पर उठी चलना, जरूर ही इथों उठ के जाना पैना, छड़ के सब कुछ छड़ जासी लख करोड़। ते लखां करोड़ां दा मालक भी जिहड़ा लखां करोड़ां रुपए छड्ड के चला जाएगा। उन्हें छड्ड जाना, किसी दी जायदाद है, जमीन है, परिवार है, कुछ भी है, उन्हों इथों छड्ड के जाना ही पैना है। लख 84 भ्रमत्या दुलभ जन्म पायो ए। भ्रमत्या सतगुरु पातशाह जी आखन लगे लख 84 भ्रमत्या कि हे भाई 84 लख जूना विच भौं भौं के तू हुण ये मनुखा जन्म बड़ी मुश्किल नाल लभा है, बड़ा औखा ये प्राप्त होया 84 लख जूना। फिर तो इत्थे आपां बेनती करदे जाइए आप जी दे सन्मुख कि 84 लख सिर्फ एक पुरातन समय तो चली हुई जिहड़ी है वो संख्या है। 84 लख गिनती मुकरर नहीं है, परमात्मा की कुदरत बेअंत है। आपां उस दिन ये भी हिसाब लगाया सी ना कि 84 लख जूना जे मन लईआं जाण, क्योंकि गुरमति नहीं मनदी ते उहदे विच एक एक महीना रहा जावे ते किन्ने साल बनदे सन, 7 लाख साल बनदे सी। कि 7 लाख साल फिर भी बन जाते जी 84 लाख ही मान लीए, पर परमात्मा की कुदरत बेअंत है। 84 लाख दे विच तां आउंदी नहीं, वो किसी तरीके नाल भी समा नहीं सकती। अज तक है जिहड़ा वो मनुख कई थावां ते कई जीवां दी हुण खोज हो रही कि आ कुछ हुंदा, कुछ आ है, आ नहीं है, ते जिहड़े खत्म हो गए फिर उहते घट जाने चाहिए सी। 83,99,999 रह जाने सी, घट जाने चाहिए सी ना फिर 84 लाख। ये तो गिनती दे विच फिर फर्क पैंदा कि जिहड़े खत्म हो गए, डायनासोर खत्म हो गए जां होर कई जिहड़े खत्म होण दी कगार ते ने, जां फिर वो तो फिर घट जाणगे। फिर तो ये शब्द है जिहड़ा फिर ठीक नहीं है। कहण तो भाव है कि शब्द पुरातन समय दे जो लोग मनदे सन उन्हां दे अनुसार सतगुरु जी ने समझाया है कि 84 लाख ने ते तू 84 लाख ही मन के वेख लै। इहदे विच भी बहुत लंबा समा लगदा तैनूं अपना जन्म मनुखा जन्म प्राप्त करन दे लई। इस करके पातशाह जी आखण लगे ये दुर्लभ है, बड़ा कीमती जिहड़ा है ये जन्म तू प्राप्त कीता है। नानक नाम संभाल तू सो दिन नेड़ा आयो ए। आयो ऊड़े का मूँह खुला है। हे नानक परमात्मा का नाम हिरदे विच वसा, ओ दिन नेड़े आ रहा है जदों तू इथों कूच करना जाना है।
ਕਹਿਣ ਤੋਂ ਭਾਵ ਹੈ ਕਿ ਹਰ ਅਗਲਾ ਸਵਾਸ ਹੈ ਜਿਹੜਾ, ਜਾਂ ਜਿਹੜਾ ਮੈਂ ਸਵਾਸ ਲੈ ਰਿਹਾ ਹੈ, ਇਹ ਮੇਰਾ ਅਖੀਰਲਾ ਹੀ ਹੈ, ਇਹ ਹੀ ਸਮਝ ਤੋਂ। ਹੁਣ ਕਿਸੇ ਨੂੰ ਪਤਾ ਤੇ ਨਹੀਂ ਨਾ ਵੀ ਕੱਲ ਕਿਸੇ ਨੇ ਇੱਥੇ ਆਉਣਾ ਕਿ ਨਹੀਂ ਆਉਣਾ, ਜਾਂ ਇੱਥੋਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ। ਕਹਿਣ ਤੋਂ ਭਾਵ ਹੈ ਕਿ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਿਹੜਾ ਸਵਾਸ ਅਖੀਰਲਾ। ਜੇ ਕਿਸੇ ਨੂੰ ਪਤਾ ਹੋਏ ਤੇ ਜਿਹਦੀ 100 ਸਾਲ ਉਮਰ ਹੋਏ, ਉਹ ਤੇ ਫਿਰ ਬਾਦਸ਼ਾਹ ਹੀ ਬਣ ਬੈਠੇ, ਉਹ ਤੇ ਫਿਰ ਦੁਨੀਆ ਨੂੰ ਦੁਨੀਆ ਹੀ ਨਾ ਸਮਝੇ। ਕੋਈ ਗੱਲ ਨਹੀਂ, 100 ਸਾਲ ਤੇ ਮੇਰੇ ਕੋਲ ਜਾਂ 50 ਸਾਲ ਹੈ, ਜਾਂ ਮੇਰੇ ਵਰਗੇ ਨੂੰ ਪਤਾ ਲੱਗ ਜੇ ਕਿ ਤੇਰੇ ਕੋਲ 5-7 ਸਾਲ ਹੀ ਹੈ, ਤੇ ਉਨੇ ਚਿਰ 'ਚ ਆਖੇਗਾ ਕਿ ਮੈਂ ਤੇ ਗਾਹ ਪਾ ਦਿਆਂ। ਪਤਾ ਨਹੀਂ ਨਾ ਕਿ ਕਿਤਨਾ ਕੁ ਸਮਾਂ ਹੈ, ਉਹ ਤਾਂ ਸਵਾਸਾਂ ਦੀ ਗਿਣਤੀ ਮੁੱਕ ਰਹਿ ਰਿਹਾ, ਪਤਾ ਨਹੀਂ ਕਿਹੜਾ ਅੰਦਰ ਜਾ ਕੇ ਅਟਕ ਜਾਣਾ। ਬਸ ਉਸੇ ਵੇਲੇ ਸ੍ਰੀ ਰਾਗ ਮਹਿਲਾ ਪੰਜਵਾਂ। ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ, ਸੁਹੇਲੜੀ ਤੋਂ ਭਾਵ ਸੌਖੀ, ਸੁਖੈਨ। ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਕਾਇਆ, ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ, ਕਿ ਹੇ ਕਾਇਆ ਤੂੰ ਉਤਨਾ ਚਿਰ ਹੀ ਸੁਖੀ ਵਸੇਂਗੀ ਜਿੰਨਾ ਚਿਰ ਜੀਵਾਤਮਾ ਭਾਵ ਜਿਹੜੀ ਤੇਰੀ ਆਤਮਾ ਹੈ, ਜੀਵਾਤਮਾ ਜਿੰਦ ਹੈ, ਸਾਥੀ ਤੇਰੇ ਨਾਲ ਹੈ, ਉਹਨਾਂ ਸਮਾਂ ਹੀ ਹੈ। ਉਦੋਂ ਬਾਅਦ ਤੇ ਪਤਾ ਨਹੀਂ ਕਿੰਨੇ ਕੁ ਠੁੱਡੇ ਪੈਣੇ ਆ, ਕਿੰਨੇ ਤੈਨੂੰ ਹੱਥ ਲਾਇਆ, ਕਿੰਨੇ ਨਵਾਇਆ ਹੈ, ਕਿਸੇ ਨੇ ਦੱਬਿਆ ਹੈ, ਕਿਸੇ ਨੇ ਸਾੜਿਆ ਹੈ, ਕਿਤੇ ਤੂੰ ਪਾਣੀ ਦੇ ਵਿੱਚ ਹੀ ਤੈਨੂੰ ਮੱਛੀਆਂ ਖਾ ਗਈਆਂ, ਕੋਈ ਪਤਾ ਨਹੀਂ ਮਗਰੋਂ ਕੀ ਹੈ। ਉਦੋਂ ਬਾਅਦ ਨਹੀਂ ਕੁਝ ਪਤਾ ਕੀ ਹੋਣਾ ਕੀ ਨਹੀਂ ਹੋਣਾ। ਇਸ ਕਰਕੇ ਉਹਨਾਂ ਚਿਰ ਹੀ ਤੂੰ ਸੁਖੀ ਵਸ ਸਕਦੀ ਹੈ, ਵਸੇਂਗੀ ਜਿੰਨਾ ਸਮਾਂ ਤੇਰਾ ਸਾਥੀ ਜੀਵਾਤਮਾ ਹੈ ਉਹ ਤੇਰੇ ਨਾਲ ਹੈ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਕਿਹੇ ਧਨ ਭਾਵ ਹੇ ਕਾਇਆ ਕਿ ਜਾਂ ਸਾਥੀ ਉੱਠ ਚੱਲਿਆ, ਜਦੋਂ ਤੇਰਾ ਸਾਥੀ ਜੀਵ ਆਤਮਾ ਉੱਠ ਕੇ ਚੱਲ ਪਏਗਾ, ਭਾਵ ਤੇਰੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਏਗੀ, ਤੇਰੇ ਸਰੀਰ ਦੇ ਵਿੱਚੋਂ ਇਹ ਜੀਵ ਆਤਮਾ ਨਿਕਲ ਜਾਏਗਾ, ਤਾਂ ਧਨ ਖਾਕੂ ਰਾਲ, ਤਾਂ ਹੇ ਕਾਇਆ ਤੂੰ ਮਿੱਟੀ ਵਿੱਚ ਰਲ ਜਾਏਂਗੀ। ਖਾਕੂ ਰਾਲ, ਖਾਕ ਦੇ ਵਿੱਚ ਰਲ ਜਾਣਾ, ਤੂੰ ਖਤਮ ਹੋ ਜਾਣਾ। ਕੋਈ ਹੈ, ਕੋਈ ਤਰੀਕਾ ਨਹੀਂ ਹੈ। ਭਾਵੇਂ ਅੱਜ ਤੱਕ ਕਈ 100 ਸਾਲਾਂ ਤੋਂ ਜਾਂ ਕਈ ਸਾਲਾਂ ਤੋਂ ਜਿਹੜੀਆਂ ਬੋਡੀਆਂ ਸਾਂਭ ਕੇ ਵੀ ਰੱਖੀਆਂ ਹੋਈਆਂ ਫਰੀਜ਼ਰਾਂ ਦੇ ਵਿੱਚ ਪਾ ਕੇ ਜਾਂ ਕੈਮੀਕਲ ਲਾ ਕੇ, ਉਹ ਉਹਨਾਂ ਸਮਾਂ ਹੀ ਹੈ ਜਿੰਨਾ ਸਮਾਂ ਲੱਗਾ। ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਕੱਢਣਗੇ ਉਦੋਂ ਮਿੱਟੀ ਹੈ ਤੇ ਅੱਜ ਵੀ ਉਹ ਮਿੱਟੀ ਹੈ। ਪਰ ਸਚਾਈ ਇਹ ਹੈ ਕਿ ਭਾਵੇਂ ਕੋਈ ਦੱਬ ਦੇ, ਭਾਵੇਂ ਕੋਈ ਸਾੜ ਦੇ, ਭਾਵੇਂ ਕੋਈ ਪਾਣੀ ਚ ਰੋੜ ਦੇ, ਭਾਵੇਂ ਕੋਈ ਹੈ ਜਿਹੜਾ ਉਸ ਨੂੰ ਜਾਨਵਰਾਂ ਦੇ ਹਵਾਲੇ ਇਸ ਦੇਹੀ ਨੂੰ ਕਰ ਦਏ, ਕਿਤੇ ਵੀ ਭੇਜ ਦੇ, ਹੈ ਮਿੱਟੀ। ਇਹ ਮਿੱਟੀ ਦੇ ਵਿੱਚ ਜਿਹੜਾ ਹੈ ਉਹ ਰਲ ਜਾਣਾ ਹੈ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ, ਕਿ ਬੈਰਾਗ ਤੋਂ ਭਾਵ ਪ੍ਰੇਮ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਖਣ ਲੱਗੇ ਮਨ ਬੈਰਾਗ ਪਿਆ, ਹੇ ਹਰੀ ਕਿ ਸਤਿਗੁਰੂ ਮਨ ਬੈਰਾਗ ਪਿਆ, ਕਿ ਮਨ ਵਿੱਚ ਤੇਰਾ ਪਿਆਰ ਹੈ ਜਿਹੜਾ ਉਹ ਪੈਦਾ ਹੋ ਗਿਆ ਹੈ। ਜਿਸ ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ, ਹਿਰਦੇ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ, ਪ੍ਰਗਟ ਹੋ ਗਿਆ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਜਿਸ ਦੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਜਿਹੜੀ ਹੈ, ਚਾਓ, ਉਹ ਪੈਦਾ ਹੋ ਗਿਆ ਹੈ, ਪ੍ਰਗਟ ਹੋ ਗਿਆ ਹੈ। ਧਨ ਸੋ ਤੇਰਾ ਥਾਨ ਰਹਾਉ, ਕਿ ਹੇ ਹਰੀ ਉਹ ਸਰੀਰ ਭਾਗਾਂ ਵਾਲਾ ਹੈ। ਧਨ ਸੋ ਤੇਰਾ ਥਾਨ, ਜਿੱਥੇ ਜਿਸ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ। ਧਨ ਸੋ ਤੇਰਾ ਥਾਨ, ਕਿ ਉਹ ਥਾਂ, ਉਹ ਸਰੀਰ ਧਨ ਹੈ ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ, ਜਿੱਥੇ ਤੈਨੂੰ ਤੂੰ ਵਸਦਾ ਹੈ, ਜਿੱਥੇ ਤੂੰ ਪ੍ਰਗਟ ਹੋ ਰਿਹਾ ਹੈ, ਜਿੱਥੇ ਜਿਸ ਦੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ।
ਜਿਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ। ਪਹਿਲੀ ਪੰਕਤੀ ਦੇ ਅੰਦਰ ਜੋ ਸਤਿਗੁਰੂ ਜੀ ਨੇ ਸਮਝਾਇਆ ਹੈ, ਹੁਣ ਇਸ ਦੂਸਰੇ ਪਦੇ ਅੰਦਰ ਵੀ ਉਹੀ ਕਿਹੇ ਕਾਇਆ ਜਿਚਰ ਭਾਵ ਜਿੰਨਾ ਚਿਰ ਵਸਿਆ ਕੰਤ ਘਰ, ਘਰ ਤੋਂ ਭਾਵ ਇਸ ਕਾਇਆ ਦੇ ਅੰਦਰ, ਸਰੀਰ ਦੇ ਅੰਦਰ, ਕਿ ਜਿੰਨਾ ਚਿਰ ਤੇਰਾ ਖਸਮ, ਕੰਤ ਤੋਂ ਭਾਵ ਖਸਮ ਜੀਵ ਆਤਮਾ ਤੇਰੇ ਘਰ ਵਿੱਚ ਵਸਦਾ ਹੈ, ਤੇਰੇ ਸਰੀਰ ਵਿੱਚ ਵਸਦਾ ਹੈ, ਦੇਹੀ ਵਿੱਚ ਵਸਦਾ ਹੈ, ਜਿਉ ਜਿਉ ਸਭ ਕਹਾਤ, ਸਾਰੇ ਲੋਕ ਤੈਨੂੰ ਜੀ ਜੀ ਆਖਦੇ ਆ, ਤੇਰਾ ਆਦਰ ਕਰਦੇ ਆ, ਤੇਰਾ ਪਰਿਵਾਰ ਤੇਰਾ ਆਦਰ ਕਰਦਾ ਹੈ, ਸੰਸਾਰ ਦੇ ਲੋਕ ਤੈਨੂੰ ਜੀ ਜੀ ਆਖਦੇ ਹਨ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਹੁਣ ਇਹ ਸਚਾਈ ਤੋਂ ਕੋਈ ਮੁਕਰਰ ਤਾਂ ਹੈ ਨਹੀਂ। ਹੁਣ ਜੇ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਕਿਸੇ ਗੱਲ ਦਾ ਜਵਾਬ ਹੈ ਕਿ ਨਹੀਂ ਹੈ, ਹੁਣ ਅਸੀਂ ਮੰਨਦੇ ਹਾਂ ਨਾ ਕਿ ਸਭ ਕੁਝ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਕਿ ਉਹਨਾਂ ਚਿਰ ਹੀ ਜੀ ਜੀ ਹੈ ਜਿੰਨਾ ਚਿਰ ਤੇਰੇ ਅੰਦਰ ਸਵਾਸ ਹੈ, ਜਿੰਦ ਹੈ, ਉਹ ਮਾਲਕ ਦੀ ਜੋਤ ਰੂਪ ਅੰਸ਼ ਹੈ, ਜਿੰਨਾ ਚਿਰ ਉਹਨਾਂ ਚਿਰ ਹੀ ਜੀ ਜੀ ਹੈ, ਉਹਨਾਂ ਚਿਰ ਹੀ ਤੇਰੀ ਲੋੜ ਹੈ ਸਭ ਨੂੰ, ਸਾਰੇ ਤੇਰੀ ਲੋੜ ਨੂੰ ਤੈਨੂੰ ਯਾਦ ਕਰਦੇ ਨੇ, ਭਾਵੇਂ ਕੋਈ ਵੀ ਹੋਵੇ। ਆਮ ਤੌਰ ਤੇ ਆਪਾਂ ਵੇਖ ਲਈਏ ਸਮਾਜ ਦੇ ਅੰਦਰ ਕਿ ਭਾਵੇਂ ਕਿਸੇ ਪੁਰਾਣੇ ਮਿੱਤਰ ਦਾ, ਕਿਸੇ ਰਿਸ਼ਤੇਦਾਰ ਜਾਂ ਦੂਰ ਦੇ ਬੰਦੇ ਦਾ ਕਦੇ ਫੋਨ ਨਾ ਆਇਆ ਹੋਵੇ, ਕਦੇ ਗੱਲ ਨਾ ਹੋਈ, ਪਰ ਜਦੋਂ ਉਹਨੂੰ ਲੋੜ ਪੈਂਦੀ ਝੱਟ ਫੋਨ ਕਰ ਲੈਂਦਾ। ਪਹਿਲਾਂ ਚੰਗੀ ਤਰ੍ਹਾਂ ਹਾਲ ਚਾਲ ਪੁੱਛੇਗਾ, ਉਸ ਤੋਂ ਬਾਅਦ ਆਖੇਗਾ ਲੋੜ ਪੈ ਗਈ ਸੀ, ਕੰਮ ਸੀ ਨਿੱਕਾ ਜਿਹਾ, ਹੋ ਜਾਏਗਾ। ਕਿਉਂਕਿ ਲੋੜ ਨੂੰ ਹੀ ਤੈਨੂੰ ਜੀ ਜੀ ਕੀਤਾ ਜਾਂਦਾ ਹੈ। ਭਾਵੇਂ ਪਰਿਵਾਰ ਹੈ, ਕਿ ਜੇ ਤੂੰ ਪਰਿਵਾਰ ਦੇ ਵਿੱਚ ਮੋਢੀ ਹੈ, ਭਾਵੇਂ ਤੂੰ ਵੱਡਾ ਭਾਵੇਂ ਛੋਟਾ ਹੈ, ਜਦੋਂ ਤੱਕ ਲੋੜ ਹੈ ਉਦੋਂ ਤੱਕ ਪਰਿਵਾਰ ਵੀ ਤੇਰੀ ਹੈ ਜਿਹੜੀ ਉਹ ਆਗਿਆ ਦਾ ਪਾਲਨ ਕਰਦਾ, ਤੈਨੂੰ ਜੀ ਜੀ ਕਰਦਾ। ਕਿਉਂਕਿ ਅੱਜ ਕੱਲ੍ਹ ਤੇ ਐਸਾ ਵੀ ਹੈ ਨਾ ਕਿ ਜਦੋਂ ਲੋੜ ਖਤਮ ਹੋ ਜਾਂਦੀ ਹੈ ਉਦੋਂ ਬਹੁਤੇ ਪੁੱਤਰ ਵੀ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਕਿ ਬਸ ਹੁਣ ਤੈਨੂੰ ਜੀ ਜੀ ਕਾਹਦੇ ਵਾਸਤੇ ਕਰਨਾ, ਐਵੇਂ ਹੁਣ ਖੂੰ ਖੂੰ ਕਰਕੇ ਤੂੰ ਘਰੇ ਬੱਚਿਆਂ ਨੂੰ ਵੀ ਡਰਾਏਂਗਾ, ਨਾਲ ਘਰਦਿਆਂ ਨੂੰ ਵੀ ਤੰਗ ਕਰੇਂਗਾ, ਛੱਡ ਆਉਣੇ ਬਾਹਰ ਤੈਨੂੰ। ਐਸਾ ਹੈ ਕਿਉਂਕਿ ਲੋੜ ਖਤਮ ਹੋ ਗਈ। ਐਸੇ ਐਸੇ ਕੇਸ ਵੀ ਜਿਹੜੇ ਨੇ ਮੈਨੂੰ ਇੱਥੇ ਰਹਿੰਦਿਆਂ ਹੋਇਆਂ ਥੋੜੇ ਕੁ ਸਮੇਂ ਵਿੱਚ ਫੇਸ ਕਰਨੇ ਪਏ, ਕਿ ਜਿਨ੍ਹਾਂ ਦਾ ਬੱਚੇ ਪਰਿਵਾਰ ਹੁੰਦਿਆਂ ਸੁਣਦਿਆਂ ਉਹਨਾਂ ਨੇ ਆਖਿਆ ਕਿ ਸਾਡੇ ਵੱਲ ਤੇ ਉਸੇ ਦਿਨ ਮਰ ਗਿਆ ਸੀ ਜਿੱਦਣ ਅਸੀਂ ਘਰੋਂ ਕੱਢਤਾ ਸੀ, ਕਿ ਬੱਚਿਆਂ ਨੂੰ ਇਸ ਵਾਸਤੇ ਆਹ ਦਿਨ ਦੇਖਣ ਵਾਸਤੇ ਪੈਦਾ ਕੀਤਾ। ਵਾਹ ਜੀ ਵਾਹ, ਕਿ ਬਸ ਸਾੜ ਦਿਓ, ਸਾਡਾ ਕੋਈ ਲੈਣਾ ਦੇਣਾ ਨਹੀਂ, ਜ਼ਮੀਨ ਜਾਇਦਾਦ ਸਾਰੀ ਅਸੀਂ ਨਾਂ ਲਵਾ ਲਈ, ਬਸ ਠੀਕ ਹੈ, ਤੁਸੀਂ ਜਾਓ ਸਾੜ ਦਿਓ, ਜੇ ਸਾੜਨਾ ਜੇ ਸੁੱਟਣਾ ਸੁੱਟ ਦਿਓ, ਨਹੀਂ ਤਾਂ ਫੋਨ ਕਰ ਦਿਓ, MC ਵਾਲਿਆਂ ਨੂੰ ਲੈ ਜਾਣਗੇ ਚੁੱਕ ਕੇ। ਕੀ ਕਹਿਣ ਤੋਂ ਭਾਵ ਜਿੰਨਾ ਚਿਰ ਲੋੜ ਹੈ ਉਹਨਾਂ ਚਿਰ ਜੀ ਜੀ ਹੈ, ਉਦੋਂ ਬਾਅਦ ਤੁਹਾਡੀ ਕੋਈ ਪੁੱਛ ਗਿੱਛ ਨਹੀਂ ਹੈ, ਭਾਵੇਂ ਕੋਈ ਮਰਜ਼ੀ ਹੋਏ। ਕਿ ਜਿਵੇਂ ਆਮ ਦੇਖਦੇ ਆ ਨਾ ਕਿ ਕੋਈ ਕਿਸੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ, ਜਿੰਨਾ ਚਿਰ ਉਹਦੇ ਕੋਲੇ ਆਉਂਦਾ ਹੈ ਉਹਨਾਂ ਚਿਰ ਉਹਨੂੰ ਬੜੀ ਸਲੂਟ ਵੱਜਦੀ ਹੈ। ਜਿਸ ਦਿਨ ਉਹ ਰਿਟਾਇਰ ਹੋ ਕੇ ਘਰੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਫਿਰ ਸਭ ਨੂੰ ਪਤਾ ਹੈ ਕਿ ਆਮ ਜਿਹਾ ਰਹਿ ਜਾਂਦਾ ਬਸ। ਕਹਿੰਦਾ ਭਾਵ ਜਦੋਂ ਟੈਗ ਲੈ ਜਾਂਦਾ, ਇਵੇਂ ਜਦੋਂ ਲੋੜ ਖਤਮ ਹੈ ਉਦੋਂ ਤੁਹਾਨੂੰ ਕੋਈ ਨਹੀਂ ਬੁਲਾਏਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖ ਰਹੇ ਨੇ ਕਿ ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਫਿਰ ਇਹ ਜੀਵ ਆਤਮਾ ਤੇਰੇ ਅੰਦਰੋਂ ਸਾਥੀ ਤੇਰਾ ਤੇਰੇ ਵਿੱਚੋਂ ਨਿਕਲ ਜਾਂਦਾ ਹੈ, ਇਹ ਸਰੀਰ ਨੂੰ ਛੱਡ ਜਾਂਦਾ, ਸਰੀਰ ਵਿੱਚੋਂ ਨਿਕਲ ਜਾਂਦਾ, ਉੱਠ ਕੇ ਚਲਾ ਜਾਂਦਾ, ਫਿਰ ਤੇਰੀ ਕੋਈ ਬਾਤ ਨਹੀਂ ਪੁੱਛਦਾ। ਫਿਰ ਤੈਨੂੰ ਇੱਕ ਕੱਪੜਾ ਪਾ ਕੇ ਲਿਟਾ ਦਿੱਤਾ ਜਾਂਦਾ ਹੈ। ਬਸ ਆਉਂਦੇ ਨੇ ਤੇ ਹੱਥ ਜੋੜ ਕੇ, ਪਹਿਲੀ ਗੱਲ ਤਾਂ ਗੁਰਮਤਿ ਦੇ ਵਿੱਚ ਜਿਹੜਾ ਹੈ ਉਹ ਮੁਰਦੇ ਨੂੰ ਮੱਥਾ ਟੇਕਣਾ ਮਨਾ ਹੈ, ਅੱਜ ਕੱਲ੍ਹ ਬਹੁਤ ਸਾਰੇ ਕਰਦੇ ਵੀ ਨੇ, ਪਰ ਆ ਕੇ ਸਿਰਫ ਦੂਰੋਂ ਹੱਥ ਜੋੜ ਕੇ ਬੜਾ ਮਾੜਾ ਹੋਇਆ। ਬਸ ਸਾਹਮਣੇ ਪਿਆ ਹੁੰਦਾ ਉੱਥੇ, ਜੇ ਮੰਜੇ ਤੇ ਥੱਲੇ ਕੋਈ ਨਹੀਂ ਪੁੱਛਦਾ, ਬਾਅਦ ਕੋਈ ਗੱਲਬਾਤ ਨਹੀਂ ਕਰਦਾ। ਫਿਰ ਜੇ ਕਰਨਾ ਵੀ ਕੋਈ ਬਾਲਾ ਮੋਹ ਵਾਲਾ ਕਰਨਾ ਵੀ ਚਾਹੇ, ਪੁੱਤਰ ਧੀ ਆਦਿ, ਤੇ ਬਸ ਉਹਦੇ ਵਿੱਚ ਕੋਈ ਫਾਇਦਾ ਨਹੀਂ, ਕਿਉਂਕਿ ਉਹ ਮਿੱਟੀ ਹੋ ਚੁੱਕਾ ਹੈ। ਇਸੇ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਉਦੋਂ ਫਿਰ ਤੇਰੀ ਕੋਈ ਬਾਤ ਨਹੀਂ ਪੁੱਛਦਾ ਕਿ ਤੂੰ ਕੁਝ ਖਾਣਾ ਹੈ, ਕੁਝ ਪੀਣਾ ਹੈ ਜਾਂ ਕੋਈ ਪਹਿਨਣਾ, ਕੁਛ ਨਹੀਂ। ਬਸ ਮਰਜ਼ੀ ਹੋਵੇ ਚ ਨਾ ਮਰਜ਼ੀ ਹੋਵੇ, ਨਵਾ ਕੇ ਫਿਰ ਚਿੱਟਾ ਕੱਫਣ ਪਹਿਨਾ ਦਿੱਤਾ ਜਾਂਦਾ ਕਿ ਲੈ ਬਸ ਹੁਣ ਤੇਰਾ ਆਹੀ ਹੈ। ਫਿਰ ਮਗਰੋਂ ਇਹ ਵੀ ਗੱਲ ਹੁੰਦੀ ਹੈ ਕਿ ਹੁਣ ਬਹੁਤ ਸਮਾਂ ਹੋ ਗਿਆ, ਛੇਤੀ ਲੈ ਕੇ ਚੱਲੋ, ਸਮਾਂ ਦਿੱਤਾ ਹੋਇਆ ਹੈ, ਲੋਕ ਆ ਕੇ ਜਾਣਾ ਵੀ ਹੈ, ਕਿਸੇ ਨੇ ਪ੍ਰਸ਼ਾਦਾ ਵੀ, ਜੇ ਉਹ ਭੁੱਖ ਵੀ ਲੱਗੀ ਹੈ,
ਫਿਰ ਇਹ ਚੀਜ਼ਾਂ ਵੇਖੀ ਜਾਂਦੇ। ਖੈਰ ਵੇਖਣਾ ਤੇ ਭਾਵੇਂ ਇਹ ਹੀ ਹੈ, ਪਰ ਅਸਲ ਦੇ ਵਿੱਚ ਜੀਵ ਨੂੰ ਸੱਚਾਈ ਸਮਝਾਈ ਜਾ ਰਹੀ ਕਿ ਲੋਕਾਂ ਨੇ ਆਪਣੇ ਦੇਖਣਾ, ਤੇਰਾ ਨਹੀਂ, ਤੂੰ ਖਤਮ ਹੈ। ਪਈੜੈ ਸ਼ਹਿ ਸੇਵ ਤੂੰ ਸਾਹੁਰੜੈ ਸੁਖ ਵਸ। ਇਸੇ ਕਰਕੇ ਪਈੜੈ ਤੋਂ ਭਾਵ ਪੇਕੇ ਘਰ ਵਿੱਚ, ਕਿ ਜਿੰਨਾ ਚਿਰ ਤੂੰ ਪੇਕੇ ਘਰ ਵਿੱਚ ਹੈ, ਪੇਕਾ ਘਰ ਭਾਵ ਸੰਸਾਰ ਦੇ ਵਿੱਚ ਹੈ। ਸੇਵ ਸ਼ਹਿ ਸੇਵ ਤੂੰ ਭਾਵ ਕਿ ਆਪਣੇ ਇਹ ਇੱਕ ਵਚਨ ਪੁਲਿੰਗ ਕਰਕੇ ਔਂਕੜ ਹੈ, ਪਿੱਛੇ ਆਪਾਂ ਸੱਸਾ ਹਾਹਾ ਕੱਲਾ ਹੀ ਪੜਿਆ ਸੀ। ਇਸ ਕਰਕੇ ਇਹ ਉਸ ਮਾਲਕ ਪਰਮੇਸ਼ਰ ਦੇ ਲਈ ਸ਼ਬਦ ਜਿਹੜਾ ਹੈ ਸ਼ਹਿ ਸੇਵਕ, ਆਪਣੇ ਖਸਮ ਨੂੰ ਸੰਸਾਰ ਵਿੱਚ ਉਤਨਾ ਚਿਰ ਖਸਮ ਪ੍ਰਭੂ ਨੂੰ ਸਿਮਰਦੀ ਰਹੋ। ਸਾਹੁਰੜੈ ਸੁਖ ਵਸ, ਅਤੇ ਸਹੁਰੇ ਘਰ ਵਿੱਚ ਮਾਲਕ ਦੇ ਘਰ ਵਿੱਚ ਜਾ ਕਰਕੇ ਤੂੰ ਸੁਖੀ ਵਸੇਂਗੀ, ਤੈਨੂੰ ਸੁਖ ਪ੍ਰਾਪਤ ਹੋਏਗਾ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁਖ। ਬੜਾ ਸੋਹਣਾ ਸਤਿਗੁਰੂ ਜੀ ਸਮਝਾ ਰਿਹਾ। ਗੁਰ ਮਿਲ, ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਜੀਵਨ ਜਾਂਚ ਸਿੱਖ, ਚੰਗਾ ਆਚਰਣ ਬਣਾਉਣਾ ਸਿੱਖ। ਚੱਜ ਸਿੱਖ ਤੇ ਆਚਾਰ ਸਿੱਖ, ਆਪਣਾ ਆਚਰਣ ਜਿਹੜਾ ਹੈ ਚੰਗਾ ਬਣਾਉਣਾ ਸਿੱਖ, ਤੇ ਜੀਵਨ ਜਾਂਚ ਹੈ ਜਿਹੜਾ ਉਹ ਸਿੱਖਣੀ ਕਰ। ਤੁਧ ਕਦੇ ਨਾ ਲੱਗੈ ਦੁੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ। ਸਭਨਾ ਸਾਹੁਰੈ ਵੰਜਨਾ, ਸਭ ਮੁਕ ਲਾਵਣ ਹਾਰ। ਕਿ ਸਭ ਜੀਵ ਇਸਤਰੀਆਂ ਨੇ, ਕਿ ਜਿਵੇਂ ਹੁਣ ਬੱਚੀਆਂ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਵਿਆਹ ਕੇ ਆਪਣੇ ਸਹੁਰੇ ਘਰ ਜਾਣਾ ਹੀ ਜਾਣਾ, ਇਸੇ ਤਰ੍ਹਾਂ ਜੀਵ ਇਸਤਰੀਆਂ ਨੇ ਭਾਵ ਸਾਰੇ ਜੀਵ ਨੇ, ਉਹਨਾਂ ਨੇ ਇੱਕ ਨਾ ਇੱਕ ਦਿਨ ਮੌਤ ਦੇ ਲੜ ਲੱਗ ਕੇ ਜਿਹੜਾ ਹੈ ਉਹ ਮਾਲਕ ਦੇ ਘਰ ਜਾਣਾ ਹੈ। ਇਸ ਕਰਕੇ ਸਤਿਗੁਰੂ ਸਭਨਾ ਸਹੁਰੇ ਵੰਜਨਾ, ਕਿ ਸਾਰੀਆਂ ਜੀਵ ਇਸ ਤਰ੍ਹਾਂ ਨੇ ਸਹੁਰੇ ਘਰ ਮਾਲਕ ਦੇ ਘਰ ਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਹੈ, ਤੇ ਸਾਰੀਆਂ ਨੇ ਮੁਕਲਾਵੇ ਵੀ ਜਿਹੜਾ ਹੈ ਉਹ ਜਾਣਾ ਹੈ। ਨਾਨਕ ਧਨ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ। हे ਨਾਨਕ, ਉਹ ਜੀਵ ਇਸਤਰੀ ਸੁਹਾਗ ਭਾਗ ਵਾਲੀ ਹੈ, ਸੁਹਾਗ ਵਾਲੀ ਹੈ, ਭਾਗ ਵਾਲੀ ਹੈ, ਸੁਹਾਗਣ ਹੈ, ਜਿਨ ਸਹਿ ਨਾਲ ਪਿਆਰ, ਜਿਨ੍ਹਾਂ ਦਾ ਖਸਮ ਪ੍ਰਭੂ ਨਾਲ ਪਿਆਰ ਹੈ ਜਿਹੜਾ ਬਣ ਗਿਆ ਹੈ, ਜਿਹੜੀਆਂ ਉਹਦੀ ਰਜ਼ਾ ਦੇ ਵਿੱਚ ਹੁਕਮ ਦੇ ਵਿੱਚ ਹੋ ਗਈਆਂ ਨੇ, ਉਹੀ ਉਹਦੇ ਦਰ ਤੇ ਪ੍ਰਵਾਨ ਹਨ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।